ਸਵਾਗਤ ਹੈ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ ਚੈਨਲ ਪੰਜਾਬ ਨੌਲੇਜ ਹੱਬ ਦੇ ਵਿੱਚ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲੋ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਉਸ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਆਵੇ। ਸੋ ਸਟੂਡੈਂਟਸ, ਅੱਜ ਦੀ ਅਸੀਂ ਸਪੈਸ਼ਲ ਕਲਾਸ ਵਿੱਚ ਜੋ ਕਿ ਅਸੀਂ ਕਰੰਟ ਅਫੇਅਰਸ ਦੀ ਸਪੈਸ਼ਲ ਕਲਾਸਾਂ ਚਲਾਈਆਂ ਹੋਈਆਂ ਨੇ। ਕਰੰਟ ਅਫੇਅਰਸ ਦੀ ਸਪੈਸ਼ਲ ਕਲਾਸ ਵਿੱਚ ਅੱਜ ਅਸੀਂ 5 ਤੋਂ 10 ਸਤੰਬਰ ਤੱਕ ਦੇ ਕਰੰਟ ਅਫੇਅਰ ਕਰਾਂਗੇ। 5 ਤੋਂ 10 ਸਤੰਬਰ ਤੱਕ ਦੇ ਕਰੰਟ ਅਫੇਅਰ ਅੱਜ ਦੀ ਇਸ ਕਲਾਸ ਵਿੱਚ ਅਸੀਂ ਕਵਰ ਕਰਾਂਗੇ। ਸੋ ਜਿਹੜੇ ਵਿਦਿਆਰਥੀਆਂ ਦਾ ਅੱਜ ਕਾਫੀ ਵਿਦਿਆਰਥੀਆਂ ਦਾ ਕੋਆਪਰੇਟਿਵ ਇੰਸਪੈਕਟਰ ਦਾ ਐਗਜ਼ਾਮ ਵੀ ਹੈ, ਪੀਪੀਐਸਸੀ ਕੋਆਪਰੇਟਿਵ ਇੰਸਪੈਕਟਰ ਦਾ ਜਿਨ੍ਹਾਂ ਵਿਦਿਆਰਥੀਆਂ ਦਾ ਐਗਜ਼ਾਮ ਹੈ ਅੱਜ, ਉਹਨਾਂ ਨੂੰ ਅਸੀਂ ਬੈਸਟ ਆਫ ਲੱਕ ਕਹਿੰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਹੀ ਵਿਦਿਆਰਥੀਆਂ ਦਾ ਐਗਜ਼ਾਮ ਬਹੁਤ ਵਧੀਆ ਹੋਵੇਗਾ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਸਭ ਤੋਂ ਪਹਿਲਾ ਕੁਐਸਚਨ ਹੈ, ਸਰਵਾਵੈਕ ਇੰਡੀਆਜ਼ ਫਸਟ ਇੰਡੀਜੀਨਸ ਡਿਵੈਲਪਡ ਵੈਕਸੀਨ ਫॉर ਸਰਵਿਕਲ ਕੈਂਸਰ हैज़ बीन मैन्युफैक्चर्ड बाय। ਸਰਵਾਵੈਕ ਸਰਵਾਈਕਲ ਕੈਂਸਰ ਲਈ, ਠੀਕ ਹੈ ਜੀ, ਸਵਦੇਸ਼ੀ ਤੌਰ ਤੇ ਵਿਕਸਿਤ ਪਹਿਲੀ ਵੈਕਸੀਨ ਹੈ। ਇਹ ਕਿਸ ਦੁਆਰਾ ਬਣਾਈ ਗਈ ਹੈ? ਤਾਂ ਇਹ ਬਣਾਈ ਗਈ ਹੈ ਜੀ सीरम इंस्टीट्यूट ऑफ इंडिया द्वारा। सीरम इंस्टीट्यूट ऑफ इंडिया द्वारा सर्वावैक सर्वाइकल कैंसर ਲਈ ਭਾਰਤ ਦੀ ਪਹਿਲੀ ਸਵਦੇਸ਼ੀ ਦਵਾਈ ਬਣਾਈ ਗਈ ਹੈ। ਸੋ ਅੱਗੇ ਚੱਲਦੇ ਹਾਂ। ਸੈਕਿੰਡ ਕੁਐਸਚਨ, ਇਸ ਵਾਰ ਜਿਹੜਾ ਅਸੀਂ ਕਰੰਟ ਅਫੇਅਰਸ ਨੇ ਸਪੈਸ਼ਲ ਕਲਾਸ ਹੈ ਜਿਹੜੀ ਇਹ ਅਲੱਗ ਤਰੀਕੇ ਨਾਲ ਲੈ ਕੇ ਆਏ ਹਾਂ। ਇਸ ਵਿੱਚ ਨਾਲ ਨਾਲ ਅਸੀਂ ਐਕਸਪਲੇਨ ਵੀ ਕੁਐਸਚਨਾਂ ਨੂੰ ਕਰਦੇ ਰਹਾਂਗੇ। ਦੂਜਾ ਕੁਐਸਚਨ ਹੈ, ਇੰਪੋਰਟੈਂਟ ਕੁਐਸਚਨ ਹੈ ਇਹ ਕਿਉਂਕਿ ਇਸ ਤੋਂ ਕੁਐਸਚਨ ਆ ਜਾਂਦਾ ਹੈ ਐਗਜ਼ਾਮ 'ਚ। Who has been awarded with the 64th edition of Ramon Magsaysay Award that is also considered as Nobel Peace Prize of Asia? ਕਿਸ ਨੂੰ ਰਮਨ ਮੈਗਸੇਸੇ ਅਵਾਰਡ ਦੇ 64ਵੇਂ ਐਡੀਸ਼ਨ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸ ਨੂੰ ਏਸ਼ੀਆ ਦਾ ਨੋਬਲ ਸ਼ਾਂਤੀ ਪੁਰਸਕਾਰ ਵੀ ਮੰਨਿਆ ਜਾਂਦਾ ਹੈ। ਦੇਖੋ, ਇੱਕ ਕੁਐਸਚਨ ਤਾਂ ਇੱਥੋਂ ਹੀ ਬਣ ਗਿਆ ਕਿ ਰਮਨ ਮੈਗਸੇਸੇ ਅਵਾਰਡ ਨੂੰ ਹੋਰ ਕੀ ਕਿਹਾ ਜਾਂਦਾ ਹੈ, ਤਾਂ ਇਸ ਨੂੰ ਹੋਰ ਕਿਹਾ ਜਾਂਦਾ ਹੈ ਨੋਬਲ ਪੀਸ ਪ੍ਰਾਈਜ਼ ਆਫ ਏਸ਼ੀਆ। ਠੀਕ ਹੈ ਜੀ। ਹੁਣ ਇਹ 4 ਬੰਦਿਆਂ ਨੂੰ ਮਿਲਿਆ। ਠੀਕ ਹੈ ਜੀ, ਜਿਵੇਂ ਕਿ ਤੁਸੀਂ ਆਨਸਰ 'ਚ ਦੇਖ ਰਹੇ ਹੋ, ਇਹ ਟੋਟਲ 4 ਬੰਦਿਆਂ ਨੂੰ ਮਿਲਿਆ। ਜੋ ਕਿ ਪਹਿਲਾ ਮਿਲਿਆ ਸਾਊਥੇਰਾ ਚਿਮ ਨੂੰ, ਜੋ ਕਿ ਕੰਬੋਡੀਆ ਤੋਂ ਬਿਲੋਂਗ ਕਰਦੇ ਨੇ। ਸਾਊਥੇਰਾ ਚਿਮ ਨੂੰ ਜੋ ਕਿ ਕੰਬੋਡੀਆ ਤੋਂ ਬਿਲੋਂਗ ਕਰਦੇ ਨੇ। ਇਹਨਾਂ ਨੂੰ ਬੇਸਿਕਲੀ ਮਿਲਿਆ ਕਿਸ ਚੀਜ਼ ਵਾਸਤੇ ਹੈ? ਫॉर ਮੈਂਟਲ ਹੈਲਥ। ਠੀਕ ਹੈ ਜੀ, ਮੈਂਟਲ ਹੈਲਥ ਵਾਸਤੇ ਇਹਨਾਂ ਨੂੰ ਮਿਲਿਆ ਸਭ ਤੋਂ ਪਹਿਲੇ ਜਿਹੜੇ ਨੇ ਸਾਊਥੇਰਾ। ਸੈਕਿੰਡ, ਬਰਨਾਡੈਟਰ ਮੈਡਰਿਡ। ਬਰਨਾਡੈਟਰ ਮੈਡਰਿਡ ਨੇ ਜੋ ਉਹ ਫਿਲੀਪਾਈਨਸ ਤੋਂ ਬਿਲੋਂਗ ਕਰਦੇ ਨੇ। ਠੀਕ ਹੈ ਜੀ, ਇਹ ਕਿੱਥੋਂ ਬਿਲੋਂਗ ਕਰਦੇ ਨੇ? ਫਿਲੀਪਾਈਨਸ ਤੋਂ ਬਿਲੋਂਗ ਕਰਦੇ ਨੇ ਇਹ। ਠੀਕ ਹੈ ਜੀ। ਫॉर एफर्ट्स इन चाइल्ड प्रोटेक्शन, ਇਹਨਾਂ ਨੂੰ ਕਿਸ ਵਾਸਤੇ ਮਿਲਿਆ? फॉर एफर्ट्स इन चाइल्ड प्रोटेक्शन। ठीक है जी। थर्ड देखो, थर्ड है तादाशी हथोरी। तादाशी हथोरी जो कि जापान तो बिलोंग करते हैं। फोर्थ है गैरी बेंचजिप जो कि इंडोनेशिया तो बिलोंग करते हैं। ਇਹਨਾਂ ਨੂੰ ਮਿਲਿਆ ਫॉर फाइट अगेंस्ट मैरीन प्लास्टिक पोल्यूशन। ठीक है जी, मैरीन प्लास्टिक पोल्यूशन। ਹੁਣ ਦੇਖੋ, ਜੇ ਤੁਹਾਨੂੰ ਐਗਜ਼ਾਮ 'ਚ ਕੁਐਸਚਨ ਆ ਜਾਂਦਾ ਕਿਸੇ ਵੀ ਤਰੀਕੇ ਨਾਲ ਤਾਂ ਤੁਸੀਂ ਉਸ 'ਚ ਕਨਫਿਊਜ਼ ਨਹੀਂ ਹੋਵੋਗੇ। ਸਭ ਤੋਂ ਪਹਿਲਾ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ ਹੈ, ਰਮਨ ਮੈਗਸੇਸੇ ਅਵਾਰਡ ਨੂੰ ਹੋਰ ਕੀ ਕਿਹਾ ਜਾਂਦਾ ਹੈ? ਤਾਂ ਕੀ ਕਿਹਾ ਜਾਂਦਾ ਹੈ ਜੀ? ਨੋਬਲ ਪੀਸ ਪ੍ਰਾਈਜ਼ ਕਿਹਾ ਜਾਂਦਾ ਹੈ ਏਸ਼ੀਆ ਦਾ। ਠੀਕ ਹੈ ਜੀ। ਕਿਹੜੀ ਪਰਸਨੈਲਿਟੀ ਨੂੰ ਇਹ ਮਿਲਿਆ ਅਸੀਂ ਡਿਸਕਸ ਕਰਿਆ ਜੀ। ਪਹਿਲਾ ਕਿਸ ਨੂੰ ਮਿਲਿਆ? ਸਾਊਥੇਰਾ ਚਿਮ ਨੂੰ। ਸੈਕਿੰਡ ਕਿਸ ਨੂੰ ਮਿਲਿਆ? ਬਰਨਾਡੇਟਰ ਮੈਡਰਿਡ ਨੂੰ। ਥਰਡ ਤਾਦਾਸ਼ੀ ਹਥੋਰੀ ਨੂੰ। ਫੋਰਥ ਗੈਰੀ ਬੈਂਚਜਿਬ ਨੂੰ। ਹੁਣ ਜੇਕਰ ਪੁੱਛ ਲਿਆ ਜਾਵੇ ਕਿ ਸੋਥੈਰਾ ਚਿਮ ਜਿਨ੍ਹਾਂ ਨੂੰ ਰਮਨ ਮੈਗਸੇਸੇ ਅਵਾਰਡ ਮਿਲਿਆ ਉਹ ਕਿਸ ਕੰਟਰੀ ਤੋਂ ਬਿਲੋਂਗ ਕਰਦੇ ਨੇ, ਤਾਂ ਉਹ ਕੰਬੋਡੀਆ ਤੋਂ ਬਿਲੋਂਗ ਕਰਦੇ ਨੇ। ਕਿਉਂਕਿ ਅੱਜ ਕੱਲ੍ਹ ਸਿਨੈਰੀਓ ਐਗਜ਼ਾਮ 'ਚ ਇਹੋ ਜਿਹਾ ਵੀ ਚੱਲ ਪਿਆ। ਜੇ ਤੁਹਾਨੂੰ ਪੁੱਛ ਲਿਆ ਜਾਵੇ ਬਰਨਾਡੈਟਰ ਮੈਡਰਿਡ ਜੋ ਕਿ ਜਿਨ੍ਹਾਂ ਨੂੰ ਰਮਨ ਮੈਗਸੇਸੇ ਅਵਾਰਡ ਮਿਲਿਆ ਉਹ ਕਿੱਥੋਂ ਬਿਲੋਂਗ ਕਰਦੇ ਨੇ? ਫਿਲੀਪਾਈਨਸ ਤੋਂ। ਤੀਜਾ ਕੁਐਸਚਨ, ਤਦਾਸ਼ੀ ਹਥੋਰੀ ਜਿਨ੍ਹਾਂ ਨੂੰ ਰਮਨ ਮੈਗਸੇਸੇ ਅਵਾਰਡ
ਮਿਲਿਆ ਉਹ ਕਿੱਥੋਂ ਬਿਲੋਂਗ ਕਰਦੇ ਹਨ? ਜਾਪਾਨ ਤੋਂ। ਫੋਰਥ ਗੈਰੀ ਬੈਂਚਚਿਪ ਜਿਨ੍ਹਾਂ ਨੂੰ ਰਮਨ ਮੈਗਸੇਸੇ ਅਵਾਰਡ ਮਿਲਿਆ ਉਹ ਕਿੱਥੋਂ ਬਿਲੋਂਗ ਕਰਦੇ ਨੇ? ਇੰਡੋਨੇਸ਼ੀਆ ਤੋਂ। ਠੀਕ ਹੈ ਜੀ, ਇੱਕ ਹੀ ਕੁਐਸਚਨ ਇੱਥੋਂ ਕਵਰ ਹੋ ਗਿਆ। ਹੁਣ ਜੇਕਰ ਮੰਨ ਲਓ ਐਗਜ਼ਾਮੀਨਰ ਹੋਰ ਡਿਫੀਕਲਟ ਪੁੱਛਣਾ ਚਾਹਵੇ ਤਾਂ ਐਗਜ਼ਾਮੀਨਰ ਹੋਰ ਕੀ ਕਰ ਸਕਦਾ ਹੈ? ਐਗਜ਼ਾਮੀਨਰ ਤੁਹਾਨੂੰ ਪੁੱਛ ਸਕਦਾ ਹੈ ਸੋਥੇਰਾ ਚਿਮ ਜੋ ਕਿ ਕੰਬੋਡੀਆ ਤੋਂ ਬਿਲੋਂਗ ਕਰਦੀ ਹੈ ਤੇ ਉਹਨਾਂ ਨੂੰ ਰਮਨ ਮੈਗਸੇਸੇ ਅਵਾਰਡ ਮਿਲਿਆ ਕਿਸ ਚੀਜ਼ ਵਾਸਤੇ? ਤਾਂ ਉਹਨਾਂ ਨੂੰ ਕਿਸ ਚੀਜ਼ ਵਾਸਤੇ ਮਿਲਿਆ? ਮੈਂਟਲ ਹੈਲਥ ਵਾਸਤੇ। ਠੀਕ ਹੈ ਜੀ। ਬਰਨਾਡੈਟ ਮੈਡਰਿਡ ਜੋ ਕਿ ਫਿਲੀਪਾਈਨਸ ਤੋਂ ਬਿਲੋਂਗ ਕਰਦੇ ਨੇ ਤੇ ਉਹਨਾਂ ਨੂੰ ਰਮਨ ਮੈਗਸੇਸੇ ਅਵਾਰਡ ਕਿਸ ਚੀਜ਼ ਵਾਸਤੇ ਮਿਲਿਆ? ਤਾਂ ਫॉर ਐਫਰਟਸ ਇਨ ਚਾਈਲਡ ਪ੍ਰੋਟੈਕਸ਼ਨ। ਠੀਕ ਹੈ ਜੀ। ਗੈਰੀ ਬੈਂਚਚਿਪ ਜੋ ਕਿ ਇੰਡੋਨੇਸ਼ੀਆ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੂੰ ਕਿਸ ਵਾਸਤੇ ਮਿਲਿਆ? ਫॉर फाइट अगेंस्ट मैरीन प्लास्टिक पोल्यूशन। सो देखो इतों ਅਸੀਂ 4-5 ਤਰੀਕੇ ਨਾਲ ਕੁਐਸਚਨ ਕਵਰ ਕਰ ਚੁੱਕੇ ਹਾਂ। ਠੀਕ ਹੈ ਜੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜੋ ਕੁਐਸਚਨ ਹੈ ਉਹ ਬੜੇ ਵਧੀਆ ਤਰੀਕੇ ਨਾਲ ਸਮਝ ਆ ਗਿਆ ਹੋਣਾ। ਇਸ ਚੋਂ ਕਿਸੇ ਵੀ ਤਰੀਕੇ ਦਾ ਜੇਕਰ ਤੁਹਾਨੂੰ ਐਗਜ਼ਾਮੀਨਰ ਕੁਐਸਚਨ ਪੁੱਛਦਾ ਹੈ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਕੁਐਸਚਨ ਭੁੱਲ ਮਤਲਬ ਕਿ ਤੁਸੀਂ ਨਹੀਂ ਸਕਦੇ। ਠੀਕ ਹੈ ਜੀ। ਤੇ ਤੁਸੀਂ ਵੀ ਕਮੈਂਟ ਬਾਕਸ 'ਚ ਨਾਲ ਫੀਡਬੈਕ ਦਿੰਦੇ ਰਹਿਣਾ ਕਿ ਤੁਹਾਨੂੰ ਇਹ ਕਰੰਟ ਅਫੇਅਰ ਦੀ ਕਲਾਸ ਕਿਹੋ ਜੀ ਲੱਗ ਰਹੀ ਹੈ। ਸੋ ਅਗਲੇ ਕੁਐਸਚਨ ਵੱਲ ਅਸੀਂ ਵਧਦੇ ਹਾਂ। ਤੀਜਾ ਕੁਐਸਚਨ ਹੈ ਸਾਡਾ ਇੰਡੀਆਜ਼ ਫਸਟ ਐਵਰ ਨਾਈਟ ਸਕਾਈ ਸੈਂਚੁਰੀ ਇਜ਼ ਸੈਟ ਟੂ ਕਮ ਅਪ ਇਨ ਵਿਚ ਸਟੇਟ ਕਮ ਯੂਟੀ। ਭਾਰਤ ਦਾ ਪਹਿਲਾ ਨਾਈਟ ਸਕਾਈ ਸੈਂਚੁਰੀ ਕਿਸ ਰਾਜ ਜਾਂ ਯੂਟੀ ਵਿੱਚ ਸਥਾਪਿਤ ਕੀਤਾ ਜਾਵੇਗਾ? ਤਾਂ ਇਹ ਯੂਟੀ ਵਿੱਚ ਸਥਾਪਿਤ ਕੀਤਾ ਜਾਵੇਗਾ। ਬੇਸਿਕਲੀ ਕਿੱਥੇ? ਲਦਾਖ ਵਿਖੇ। ਲਦਾਖ ਵਿਖੇ ਸਥਾਪਿਤ ਕੀਤਾ ਜਾਵੇਗਾ। ਥੱਲੇ ਇੱਕ ਨੋਟ ਦੇ ਰੱਖਿਆ ਜੋ ਕਿ ਯਾਦ ਰੱਖਣ ਲਾਇਕ ਹੈ। ਲਦਾਖ ਹੈਜ਼ ਦੀ ਲਾਰਜੈਸਟ ਟੈਲੀਸਕੋਪ ਇਨ ਦੀ ਏਸ਼ੀਆ। ਠੀਕ ਹੈ ਜੀ। ਲਦਾਖ ਕੋਲ ਕੀ ਹੈ? ਲਾਰਜੈਸਟ ਟੈਲੀਸਕੋਪ ਹੈ ਏਸ਼ੀਆ ਦਾ। फोर्थ क्वेश्चन ਤੇ ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਆਪਣੇ ਨਾਲ ਲੱਗਦੇ ਦੇਸ਼ ਯੂਨਾਈਟਿਡ ਕਿੰਗਡਮ ਨਾਲ ਸੰਬੰਧਿਤ ਹੈ। ਚਰਚਾ 'ਚ ਰਿਹਾ ਕਿਉਂਕਿ ਰਾਣੀ ਇਲਿਜ਼ਾਬੈਥ ਸੈਕਿੰਡ ਦੀ ਜੋ ਹੈ ਕੁਝ ਹੀ ਦਿਨ ਪਹਿਲਾਂ 2 ਦਿਨ ਪਹਿਲਾਂ ਡੈਥ ਹੋਈ ਸੀ। ਸੋ ਇੰਪੋਰਟੈਂਟ ਹੈ ਕਿਉਂਕਿ ਨਿਊਜ਼ 'ਚ ਹੈ। ਸੋ ਕੁਐਸਚਨ ਦੇਖੋ ਲਿਜ਼ ਟਰਸ ਵਾਜ਼ ਨੇਮਡ ਐਜ਼ ਦੀ ਨਿਊ ਪ੍ਰਾਈਮ ਮਿਨਿਸਟਰ ਆਫ ਵਿਚ ਕੰਟਰੀ। ਲਿਜ਼ ਟਰਸ ਨੂੰ ਕਿਸ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ? ਤਾਂ ਲਿਜ਼ ਟਰਸ ਨੂੰ ਕਿਸ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ? ਯੂਨਾਈਟਿਡ ਕਿੰਗਡਮ ਦਾ। ਠੀਕ ਹੈ ਜੀ। ਕਈ ਵਾਰ ਲਿਜ਼ ਟਰਸ ਨਾ ਲਿਖ ਕੇ ਇਲਿਜ਼ਾਬੈਥ ਟਰਸ ਲਿਖ ਦਿੰਦੇ ਨੇ, ਇਲਿਜ਼ਾਬੈਥ ਟਰਸ ਵੀ ਲਿਖ ਦਿੰਦੇ ਨੇ ਤਾਂ ਤੁਸੀਂ ਕਨਫਿਊਜ਼ ਨਹੀਂ ਹੋਣਾ। ਠੀਕ ਹੈ ਜੀ। ਇਲਿਜ਼ਾਬੈਥ ਟਰਸ ਆਵੇ ਜਾਂ ਲਿਜ਼ ਟਰਸ ਆਵੇ ਤਾਂ ਉਸ ਨੂੰ ਕਿਸ ਦੇਸ਼ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ? ਯੂਨਾਈਟਿਡ ਕਿੰਗਡਮ ਦਾ। ਹੁਣ ਦੇਖੋ ਕਿਸ ਤਰੀਕੇ ਨਾਲ ਐਗਜ਼ਾਮੀਨਰ ਤੁਹਾਨੂੰ ਕੁਐਸਚਨ ਪੁੱਛ ਸਕਦਾ, ਹੋਰ ਕਿਹੜੇ ਤਰ੍ਹਾਂ ਨਾਲ ਉਹ ਕੁਐਸਚਨ ਪੁੱਛ ਸਕਦਾ। ਕਿਉਂਕਿ ਪਿਛਲੇ ਵਾਰ PEET ਵੀ ਐਗਜ਼ਾਮ 'ਚ ਵੀ ਇੰਜ ਹੋਇਆ ਸੀ ਕਿ ਕਿਸੇ ਦੇਸ਼ ਦਾ ਨਵਾਂ ਜੋ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੀ ਉਹਨਾਂ ਨੇ ਇਹ ਪੁੱਛਣ ਦੀ ਬਜਾਏ ਕਿ ਉਹ ਕਿਸ ਦੇਸ਼ ਦਾ ਪ੍ਰਧਾਨ ਮੰਤਰੀ ਨਿਯੁਕਤ ਹੋਇਆ, ਉਹਨਾਂ ਨੇ ਇਹ ਪੁੱਛਿਆ ਸੀ ਕਿ ਉਹ ਕਿਹੜੀ ਪਾਰਟੀ ਤੋਂ ਬਿਲੋਂਗ ਕਰਦਾ ਸੀ। ਹੁਣ ਦੇਖੋ ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਲਿਜ਼ ਟਰਸ ਨੇ ਜੋ ਉਹ ਯੂਨਾਈਟਿਡ ਕਿੰਗਡਮ ਦੇ ਮਤਲਬ ਕਿ ਪ੍ਰਧਾਨ ਮੰਤਰੀ ਨਿਯੁਕਤ ਕੀਤੇ ਗਏ ਨੇ ਮੈਡਮ ਨੇ। ਠੀਕ ਹੈ ਜੀ। ਹੁਣ ਦੇਖੋ ਸ਼ੀ ਇਜ਼ ਲੀਡਰ ਆਫ ਤਾਂ ਉਹ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਸੀ? ਉਹ ਕੰਜ਼ਰਵੇਟਿਵ ਪਾਰਟੀ ਨਾਲ ਸੰਬੰਧ ਰੱਖਦੀ ਸੀ। ਠੀਕ ਹੈ ਜੀ। ਲਿਜ਼ ਟਰਸ ਹੈ ਜੋ ਉਹ ਕੰਜ਼ਰਵੇਟਿਵ ਪਾਰਟੀ ਨਾਲ ਸੰਬੰਧ ਰੱਖਦੀ ਸੀ। ਸੈਕਿੰਡ ਐਗਜ਼ਾਮੀਨਰ ਤੁਹਾਨੂੰ ਇਹ ਵੀ ਪੁੱਛ ਸਕਦਾ ਕਿ ਲਿਜ਼ ਟਰਸ ਹੈ ਜੋ ਕਿ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਬਣੀ ਹੈ ਯੂਨਾਈਟਿਡ ਕਿੰਗਡਮ ਦੀ, ਉਸਨੇ ਕਿਸ ਨੂੰ ਹਰਾਇਆ? ਤਾਂ ਉਸਨੇ ਹਰਾਇਆ ਜੀ ਰਿਸ਼ੀ ਸੁਨਾਕ ਨੂੰ। ਰਿਸ਼ੀ ਸੁਨਾਕ ਨੂੰ ਉਸਨੇ ਹਰਾਇਆ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਹੈ। ਰਿਸ਼ੀ ਸੁਨਾਕ ਨੇ ਜੋ ਉਹ ਇੰਡੋ ਓਰੀਜਨ, ਠੀਕ ਹੈ ਜੀ, ਇੰਡੀਅਨ ਓਰੀਜਨ ਪਰਸਨੈਲਿਟੀ ਨੇ ਜੋ ਕਿ ਯੂਕੇ ਵਿੱਚ ਬੇਸਿਕਲੀ ਰਹਿੰਦੇ ਨੇ ਇਸ ਟਾਈਮ। ਇੰਡੀਅਨ ਓਰੀਜਨ ਨੇ ਇਹ ਰਿਸ਼ੀ ਸੁਨਾਕ। ਠੀਕ ਹੈ ਜੀ। ਜੇਕਰ ਹੋਰ ਡੂੰਘਾਈ 'ਚ ਐਗਜ਼ਾਮੀਨਰ ਚਲਿਆ ਜਾਵੇ ਤਾਂ ਉਹ ਤੁਹਾਨੂੰ ਪੁੱਛ ਸਕਦਾ ਸੀ ਇਜ਼ ਡੈਸ਼ ਫੀਮੇਲ PM। ਉਹ ਮਤਲਬ ਕਿ ਮਹਿਲਾ ਪ੍ਰਧਾਨ ਮੰਤਰੀ ਨੇ ਯੂਨਾਈਟਿਡ ਕਿੰਗਡਮ ਦੇ, ਤਾਂ ਉਹ ਕਿਹੜੇ ਮਹਿਲਾ ਪ੍ਰਧਾਨ ਮੰਤਰੀ ਨੇ ਯੂਨਾਈਟਿਡ ਕਿੰਗਡਮ ਦੇ? ਤਾਂ ਉਹ ਤੀਜੇ ਮਹਿਲਾ ਪ੍ਰਧਾਨ ਮੰਤਰੀ ਨੇ, ਤੀਜੇ ਮਹਿਲਾ। ਠੀਕ ਹੈ ਜੀ। ਹੁਣ ਹੋਰ ਕੀ ਪੁੱਛ ਸਕਦਾ? ਹੋਰ ਪੁੱਛ ਸਕਦਾ ਕਿ ਜੇਕਰ ਉਹ ਤੀਜੇ ਨੇ ਤਾਂ ਫਸਟ ਕਿਹੜੇ ਸੀ? ਤਾਂ ਫਸਟ ਸੀ ਮਾਰਗਰੇਟ ਥੈਚਰ। ਮਾਰਗਰੇਟ ਥੈਚਰ। ਹੁਣ ਦੇਖੋ ਕਿੰਨੇ ਕੁਐਸਚਨ ਅਸੀਂ ਇੱਕ ਕੁਐਸਚਨ ਤੋਂ ਹੀ ਕਵਰ ਕਰ ਲਏ। ਹੁਣ ਦੇਖੋ ਇੱਕ ਵਾਰੀ ਅਸੀਂ ਰਿਪੀਟ ਕਰਾਂਗੇ ਤਾਂ ਕਿ ਤੁਹਾਨੂੰ ਨਾਲ ਇਹ ਕੁਐਸਚਨ ਵੀ ਯਾਦ ਹੋ ਜਾਵੇ। ਦੇਖੋ ਲਿਜ਼ ਟਰਸ ਵਾਜ਼ ਨੇਮ ਐਜ਼ ਦੀ ਨਿਊ
ਪ੍ਰਾਈਮ ਮਿਨਿਸਟਰ ਆਫ ਵਿਚ ਕੰਟਰੀ। ਲੀਜ਼ ਟਰਸ ਨੂੰ ਕਿਸ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ? ਤਾਂ ਯੂਨਾਈਟਿਡ ਕਿੰਗਡਮ ਦਾ। ਲੀਜ਼ ਟਰਸ ਨੂੰ ਹੋਰ ਅਸੀਂ ਕੀ ਕਹਿ ਦਿੰਦੇ ਆ? ਇਲਿਜ਼ਾਬੈਥ ਟਰਸ ਵੀ ਅਸੀਂ ਕਹਿ ਦਿੰਦੇ ਆ। ਉਹ ਕਿਸ ਪਾਰਟੀ ਨਾਲ ਸੰਬੰਧ ਰੱਖਦੀ ਸੀ? ਸ਼ੀ ਇਜ਼ ਲੀਡਰ ਆਫ ਕੰਜ਼ਰਵੇਟਿਵ ਪਾਰਟੀ। ਕੰਜ਼ਰਵੇਟਿਵ ਪਾਰਟੀ ਦੀ ਉਹ ਲੀਡਰ ਸੀ। ਸ਼ੀ ਡਿਫੀਟਡ ਹੋਮ, ਉਸਨੇ ਕਿਸ ਨੂੰ ਹਰਾਇਆ ਇਲੈਕਸ਼ਨ ਜਿੱਤਣ ਲਈ? ਤਾਂ ਰਿਸ਼ੀ ਸੁਨਾਕ ਨੂੰ ਉਸਨੇ ਹਰਾਇਆ। ਠੀਕ ਹੈ ਜੀ। ਉਹ ਕਿੰਨਵੀਂ ਮਹਿਲਾ ਪ੍ਰਧਾਨ ਮੰਤਰੀ ਹੈ ਇੰਗਲੈਂਡ ਦੀ? ਤਾਂ ਉਹ ਤੀਜੀ ਮਹਿਲਾ। ਠੀਕ ਹੈ ਜੀ। ਉਸ ਤੋਂ ਪਹਿਲਾਂ 2 ਲੱਗੀਆਂ ਨੇ, ਇਹ ਤੀਜੀ ਮਹਿਲਾ ਪ੍ਰਧਾਨ ਮੰਤਰੀ ਹੈ ਯੂਕੇ ਦੀ। ਫਸਟ ਫੀਮੇਲ ਪ੍ਰਧਾਨ ਮੰਤਰੀ ਕੌਣ ਸੀ ਯੂਕੇ ਦੀ? ਮਾਰਗਰੇਟ ਥੈਚਰ। ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਕੁਐਸਚਨ। ਸੋ ਵਧਦੇ ਹਾਂ ਅਗਲੇ ਕੁਐਸਚਨ ਵੱਲ। 5ਵਾਂ ਕੁਐਸਚਨ ਦੇਖੋ ਜੀ। What is the name of the mascot for the 36th National Games? ਠੀਕ ਹੈ ਜੀ। ਜੋ ਵੀ ਵਿਦਿਆਰਥੀ ਸਪੈਸ਼ਲ ਕਲਾਸ ਨੂੰ ਅਟੈਂਡ ਕਰ ਰਹੇ ਨੇ ਉਹ ਅਟੈਂਟਿਵ ਰਹਿਣ ਤੇ ਨਾਲ ਕਾਪੀ ਪੈਨ ਜ਼ਰੂਰ ਲੈ ਕੇ ਬੈਠਿਆ ਕਰਨ। ਜੋ ਇੰਪੋਰਟੈਂਟ ਚੀਜ਼ਾਂ ਨੇ ਉਹ ਨੋਟ ਕਰਦੇ ਰਹਿਣ, ਕਿਉਂਕਿ ਡਿਟੇਲ ਅਸੀਂ ਪੂਰੀ ਹੁਣ ਨਾਲ ਦੇ ਰਹੇ ਹਾਂ। ਠੀਕ ਹੈ ਜੀ। ਸੋ ਇਹ ਅਸੀਂ ਪੰਜਾਬ ਐਗਜ਼ਾਮ ਤੇ SSC ਲੈਵਲ ਦੇ ਐਗਜ਼ਾਮਸ ਵਾਸਤੇ ਕਰੰਟ ਅਫੇਅਰ ਤੁਹਾਨੂੰ ਨੇ ਜਿਹੜੇ ਉਹ ਕਰਵਾ ਰਹੇ ਨੇ, ਤੇ ਪੰਜਾਬ ਦੇ ਹਰੇਕ ਐਗਜ਼ਾਮ ਵਾਸਤੇ ਸਫੀਸ਼ੀਐਂਟ ਨੇ। ਠੀਕ ਹੈ ਜੀ। ਇਸ ਤੋਂ ਬਾਹਰ ਕਈ ਬੱਚੇ ਸਾਨੂੰ ਕੁਐਸਚਨ ਪੁੱਛਦੇ ਨੇ, ਇਹ ਪੰਜਾਬ ਦੇ ਹਰੇਕ ਐਗਜ਼ਾਮ ਵਾਸਤੇ ਸਫੀਸ਼ੀਐਂਟ ਨੇ। SSC CGL ਵਾਸਤੇ ਇਹ ਕਰੰਟ ਅਫੇਅਰਸ ਨੇ ਜੋ ਉਹ ਸਫੀਸ਼ੀਐਂਟ ਨੇ। ਇਸ ਤੋਂ ਬਾਅਦ ਤੁਹਾਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈ। ਠੀਕ ਹੈ ਜੀ। ਸੋ ਜਿਹੜੇ ਵੀ ਵਿਦਿਆਰਥੀ ਸਾਡੇ ਟੈਲੀਗ੍ਰਾਮ ਗਰੁੱਪ ਵਿੱਚ ਨਹੀਂ ਹਨ ਜਾਂ ਸਾਡੇ ਇੰਸਟਾਗ੍ਰਾਮ ਅਕਾਊਂਟ ਤੇ ਸਾਨੂੰ ਨਹੀਂ ਫੋਲੋ ਕਰਦੇ, ਉਹ ਸਾਨੂੰ ਸਾਡੇ ਟੈਲੀਗ੍ਰਾਮ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਨੇ ਤੇ ਸਾਨੂੰ ਇੰਸਟਾਗ੍ਰਾਮ ਅਕਾਊਂਟ ਤੇ ਵੀ ਫੋਲੋ ਕਰ ਸਕਦੇ ਨੇ। ਜਿਹੜੇ ਅਸੀਂ ਇਹ ਕਰੰਟ ਅਫੇਅਰ ਕਰ ਰਹੇ ਨੇ ਇਹ ਪਿਕਸ ਦੀ ਫਾਰਮ 'ਚ 4 ਜਾਂ 5 ਦਿਨਾਂ 'ਚ ਤੁਹਾਨੂੰ ਸਾਡੇ ਟੈਲੀਗ੍ਰਾਮ ਗਰੁੱਪ ਵਿੱਚ ਮਿਲ ਜਾਣਗੇ। ਠੀਕ ਹੈ ਜੀ। ਟੈਲੀਗ੍ਰਾਮ ਗਰੁੱਪ ਵਿੱਚ ਪੋਸਟ ਕਰ ਦਿੱਤੇ ਜਾਂਦੇ ਨੇ। ਪਰ ਉੱਥੋਂ ਪੜ੍ਹਨ ਦੀ ਬਜਾਏ ਇੱਕ ਵਾਰੀ ਤੁਸੀਂ ਜੇਕਰ ਵੀਡੀਓ ਦੇਖੋਗੇ ਤਾਂ ਤੁਹਾਨੂੰ ਕਲੀਅਰ ਹੋ ਜਾਊਗਾ, ਤਾਂ ਉੱਥੋਂ ਸਮਝਣੇ ਤੁਹਾਨੂੰ ਬਹੁਤ ਹੀ ਆਸਾਨ ਰਹਿਣਗੇ। ਸੋ ਆਉਂਦੇ ਆ ਕੁਐਸਚਨ ਵੱਲ ਦੁਬਾਰੇ। ਦੇਖੋ 5ਵਾਂ ਕੁਐਸਚਨ ਹੈ ਆਪਣਾ, 36ਵੀਂ ਰਾਸ਼ਟਰੀ ਖੇਡਾਂ ਲਈ ਮਾਸਕਟ ਦਾ ਨਾਂ ਕੀ ਹੈ? ਤਾਂ 36ਵੀਂ ਰਾਸ਼ਟਰੀ ਖੇਡਾਂ ਲਈ ਮਾਸਕਟ ਦਾ ਨਾਂ ਹੈ ਸਵਜ। ਕੀ ਹੈ? ਸਵਜ। ਜਿਹੜੇ ਵਿਦਿਆਰਥੀ ਪੰਜਾਬੀ ਵਿੱਚ ਪੜ੍ਹਦੇ ਨੇ ਸਵਜ। ਹੁਣ ਦੇਖੋ ਹੁਣ ਹੋਰ ਕੁਐਸਚਨ ਕੀ ਆ ਸਕਦਾ ਹੈ ਰਾਸ਼ਟਰਮੰਡਲ ਖੇਡਾਂ 'ਚ? ਦੇਖੋ ਨੈਸ਼ਨਲ ਰਾਸ਼ਟਰੀ ਖੇਡਾਂ ਤੋਂ ਨੈਸ਼ਨਲ ਗੇਮ ਹੈਲਡ ਐਟ, ਕਹਿੰਦੇ ਰਾਸ਼ਟਰੀ ਖੇਡਾਂ ਹੋਣਗੀਆਂ ਕਿੱਥੇ? ਤਾਂ ਇਹ ਹੋ ਰਹੀਆਂ ਨੇ ਅਹਿਮਦਾਬਾਦ ਗੁਜਰਾਤ ਵਿਖੇ। ਠੀਕ ਹੈ ਜੀ। ਅਹਿਮਦਾਬਾਦ ਗੁਜਰਾਤ ਵਿਖੇ ਇਹ ਹੋਣਗੀਆਂ। ਅਹਿਮਦਾਬਾਦ ਗੁਜਰਾਤ ਵਿਖੇ ਹੋਣਗੀਆਂ। ਚਲੋ ਜੀ ਕਲੀਅਰ ਹੋ ਗਿਆ ਸਾਨੂੰ ਇਹ ਕਿ ਅਹਿਮਦਾਬਾਦ ਗੁਜਰਾਤ 'ਚ ਹੋਣਗੀਆਂ। ਹੁਣ ਐਗਜ਼ਾਮੀਨਰ ਸਾਨੂੰ ਪੁੱਛ ਸਕਦਾ ਹੈ ਥੀਮ ਕੀ ਹੋਊਗੀ? ਥੀਮ ਆਫ ਦੀ ਐਂਥਮ, ਜਿਹੜੀ ਰਾਸ਼ਟਰੀ ਖੇਡਾਂ ਹੋ ਰਹੀਆਂ ਨੇ ਉਸਦੇ ਐਂਥਮ ਦੀ ਥੀਮ ਕੀ ਹੈ? ਤਾਂ ਥੀਮ ਹੈ ਜੀ ਏਕ ਭਾਰਤ श्रेष्ठ भारत। याद रखना है थीम की है एक भारत श्रेष्ठ भारत। ठीक है जी। ਹੁਣ ਤੀਜਾ ਕੁਐਸਚਨ ਸਾਨੂੰ ਐਗਜ਼ਾਮੀਨਰ ਪੁੱਛ ਸਕਦਾ ਹੈ ਰਾਸ਼ਟਰੀ ਖੇਡਾਂ ਕਦੋਂ ਤੋਂ ਕਦੋਂ ਹੋਣਗੀਆਂ? ਠੀਕ ਹੈ ਜੀ। ਕਦੋਂ ਤੋਂ ਕਦੋਂ ਹੋਣਗੀਆਂ? ਤਾਂ 29 ਸਤੰਬਰ ਤੋਂ ਲੈ ਕੇ 12 ਅਕਤੂਬਰ ਤੱਕ ਚੱਲਣਗੀਆਂ ਇਹ ਰਾਸ਼ਟਰੀ ਖੇਡਾਂ। ਠੀਕ ਹੈ ਜੀ। ਅਗਲਾ ਕੁਐਸਚਨ ਸਵਜ ਮੀਨਸ, ਕਹਿੰਦੇ ਜੀ ਸਵਜ ਤੁਸੀਂ ਕਹਿ ਤਾਂ ਦਿੱਤਾ ਵੀ ਮਾਸਕਟ ਹੈ, ਠੀਕ ਹੈ, ਰਾਸ਼ਟਰੀ ਖੇਡਾਂ ਦਾ, ਪਰ ਉਸਦਾ ਮਤਲਬ ਕੀ ਹੈ? ਤਾਂ ਉਸਦਾ ਮਤਲਬ ਹੈ ਜੀ ਕਬ ਇਨ ਗੁਜਰਾਤੀ। ਗੁਜਰਾਤੀ 'ਚ ਸਵਜ ਦਾ ਮਤਲਬ ਕੀ ਹੈ? ਕਬ। ਸੋ ਆਓ ਇੱਕ ਵਾਰੀ ਦੁਬਾਰੇ ਰਿਪੀਟ ਕਰਦੇ ਹਾਂ ਕੁਐਸਚਨ ਤਾਂ ਕਿ ਇਹ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋ ਜਾਵੇ ਤੇ ਐਗਜ਼ਾਮ ਵਿੱਚ ਤੁਸੀਂ ਕਦੇ ਵੀ ਇਸ ਨੂੰ ਨਾ ਭੁੱਲੋ। ਠੀਕ ਹੈ ਜੀ। ਜਿਹੜੇ ਵਿਦਿਆਰਥੀ ਕਲਾਸ ਅਟੈਂਡ ਕਰ ਰਹੇ ਨੇ ਉਹ ਰਿਸਪੌਂਸ ਜ਼ਰੂਰ ਦੇਣ। ਠੀਕ ਹੈ ਜੀ। ਕਮੈਂਟ ਬਾਕਸ 'ਚ ਯੈਸ ਜ਼ਰੂਰ ਲਿਖ ਸਕਦੇ ਨੇ ਉਹ ਵਿਦਿਆਰਥੀ, ਸੋ ਤਾਂ ਕਿ ਹੌਸਲਾ ਵੱਧਦਾ ਰਹੇ ਸਾਡਾ ਵੀ। 5ਵਾਂ ਕੁਐਸਚਨ ਦੇਖੋ 36ਵੀਂ ਰਾਸ਼ਟਰੀ ਖੇਡਾਂ ਲਈ ਮਾਸਕਟ ਕੀ ਹੈ? ਜਿਵੇਂ ਕਿ ਅਸੀਂ ਦੱਸ ਚੁੱਕੇ ਹਾਂ ਸਵਜ ਹੈ। ਨੈਸ਼ਨਲ ਗੇਮਸ ਕਿੱਥੇ ਹੋਈਆਂ ਨੇ? ਅਹਿਮਦਾਬਾਦ ਗੁਜਰਾਤ ਵਿਖੇ ਹੋਣਗੀਆਂ ਰਾਸ਼ਟਰੀ ਖੇਡਾਂ। ਥੀਮ ਕੀ ਹੋਊਗੀ ਇਹਨਾਂ ਦੇ ਐਂਥਮ ਦੀ? ਇੱਕ ਭਾਰਤ ਸ਼੍ਰੇਸ਼ਠ ਭਾਰਤ। ਕਦੋਂ ਤੋਂ ਕਦੋਂ ਤੱਕ ਆਰਗੇਨਾਈਜ਼ ਕਰਾਈਆਂ ਜਾਣਗੀਆਂ? 29 ਸਤੰਬਰ ਤੋਂ 12 ਅਕਤੂਬਰ ਤੱਕ। ਸਵਜ ਦਾ ਮਤਲਬ ਕੀ ਹੈ? ਕਬ ਇਨ ਗੁਜਰਾਤੀ। ਇਵੇਂ ਹੀ ਜਿਹੜੇ ਵਿਦਿਆਰਥੀ ਪੰਜਾਬ ਤੋਂ ਨੇ, ਜਿਹੜੇ ਵਿਦਿਆਰਥੀ ਪੰਜਾਬ ਤੋਂ ਬਿਲੋਂਗ ਕਰਦੇ ਨੇ, ਪੰਜਾਬ ਦੇ ਐਗਜ਼ਾਮਸ ਦੀ ਤਿਆਰੀ ਕਰ ਰਹੇ ਨੇ, ਠੀਕ ਹੈ ਜੀ, ਉਹਨਾਂ ਵਾਸਤੇ ਇੱਕ ਹੋਰ ਕੁਐਸਚਨ ਇੰਪੋਰਟੈਂਟ ਹੈ। ਕਿਹੜਾ ਕੁਐਸਚਨ ਇੰਪੋਰਟੈਂਟ ਹੈ? ਜਿਵੇਂ ਕਿ ਅਸੀਂ ਪਿਛਲੀ ਵੀਡੀਓ 'ਚ ਵੀ ਡਿਸਕਸ ਕੀਤਾ ਸੀ, ਖੇਡਾਂ ਵਤਨ ਪੰਜਾਬ ਦੀਆਂ। ਖੇਡਾਂ ਵਤਨ ਪੰਜਾਬ ਦੀਆਂ। ਠੀਕ ਹੈ ਜੀ। ਇਹ ਸ਼ੁਰੂ ਹੋਈਆਂ ਨੇ
ਸਭ ਨੂੰ ਪਤਾ ਹੈ ਨਾ। ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਿੱਥੇ ਹੋਈਆਂ ਨੇ? ਜਲੰਧਰ ਵਿਖੇ, ਠੀਕ ਹੈ ਜੀ, ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਸ਼ੁਰੂ ਕੀਤੀਆਂ ਨੇ, ਠੀਕ ਹੈ ਜੀ। ਥੀਮ ਕੀ ਹੈ ਇਸ ਦੀ? ਖੇਡਾਂ ਵਤਨ ਪੰਜਾਬ ਦੀ ਚੈਂਪੀਅਨ ਪੰਜਾਬ। ਕੀ ਹੈ? ਚੈਂਪੀਅਨ ਪੰਜਾਬ, ਠੀਕ ਹੈ ਜੀ। ਹੁਣ ਤੁਹਾਡੇ ਵਾਸਤੇ ਹੋਮਵਰਕ ਕੀ ਹੈ? ਸਟੇਡੀਅਮ ਕਿਹੜਾ ਹੈ ਜੀ ਜਿੱਥੇ ਇਹਨਾਂ ਦਾ ਉਦਘਾਟਨ ਕੀਤਾ ਗਿਆ? ਕਿਹੜਾ ਸਟੇਡੀਅਮ ਹੈ ਜਿੱਥੇ ਇਹਨਾਂ ਦਾ ਉਦਘਾਟਨ ਹੋਇਆ ਸੀ? ਜਿਹੜੇ ਵਿਦਿਆਰਥੀ ਪੰਜਾਬ ਤੋਂ ਬਿਲੋਂਗ ਕਰਦੇ ਨੇ ਉਹਨਾਂ ਵਾਸਤੇ ਇਹ ਕੁਐਸਚਨ ਹੈ। ਅੱਗੇ ਚੱਲਦੇ ਹਾਂ ਜੀ। 6ਵਾਂ ਕੁਐਸਚਨ ਦੇਖੋ ਜੀ। ਕੋਵਿਡ which is the first country to approve needle free inhaled version of COVID-19 vaccine? ਠੀਕ ਹੈ ਜੀ। COVID-19 ਵੈਕਸੀਨ ਦੇ ਸੂਈ ਮੁਕਤ ਇਨਹੇਲਡ ਸੰਸਕਰਣ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਕਿਹੜਾ ਹੈ? ਕਹਿੰਦੇ ਜੀ ਜਿਸ ਨੂੰ ਅਸੀਂ ਪੀ ਸਕਦੇ ਹਾਂ, ਮਤਲਬ ਕਿ ਜਿਵੇਂ ਅਸੀਂ ਲਿਕੁਇਡ ਦਵਾਈਆਂ ਲੈਂਦੇ ਹਾਂ ਜਿਹੜੀਆਂ ਕਿ ਖੰਘ ਖਾਂਸੀ ਤੋਂ ਵੀ ਅਸੀਂ ਲੈ ਲੈਂਦੇ ਹਾਂ, ਉਸ ਤਰ੍ਹਾਂ ਦੀ COVID-19 ਦੀ ਵੈਕਸੀਨ ਕਿਸ ਨੇ ਮਨਜ਼ੂਰ ਕੀਤੀ ਹੈ? ਤਾਂ ਚਾਈਨਾ ਨੇ ਇਹ ਮਨਜ਼ੂਰ ਕੀਤੀ ਹੈ। ਓਬਵੀਅਸਲੀ ਫਲਾਇਆ ਇਹਨਾਂ ਨੇ ਸੀ, ਤਾਂ ਦਵਾਈ ਵੀ ਇਹਨਾਂ ਨੇ ਹੀ ਮਨਜ਼ੂਰ ਕੀਤੀ ਹੈ। ਸੋ ਵੈਕਸੀਨ ਕਿਸ ਨੇ ਬਣਾਈ ਹੈ? ਠੀਕ ਹੈ ਜੀ, ਵੈਕਸੀਨ ਬਣਾਈ ਹੈ ਕੈਂਸੋ ਬਾਇਓਲੋਜਿਕਸ ਨੇ। ਕੰਪਨੀ ਦਾ ਨਾਮ ਹੈ ਕੈਂਸੋ ਬਾਇਓਲੋਜਿਕਸ ਨੇ ਇਹ ਬਣਾਈ ਹੈ, ਠੀਕ ਹੈ ਜੀ। ਸੈਕਿੰਡ, ਅਸੀਂ ਆਮ ਜਾਣਕਾਰੀ ਵਾਸਤੇ ਕਰ ਲੈਂਦੇ ਆ, ਪ੍ਰੈਜ਼ੀਡੈਂਟ ਕੌਣ ਹੈ ਚਾਈਨਾ ਦਾ? ਸ਼ੀ ਜਿਨਪਿੰਗ। ਇਹ ਬੇਸਿਕਲੀ ਸਭ ਨੂੰ ਹੀ ਪਤਾ ਹੈ, ਠੀਕ ਹੈ ਜੀ। ਇੰਪੋਰਟੈਂਟ ਇਹ ਹੈ ਕਿ ਕਿਸ ਦੇਸ਼ ਨੇ ਬਣਾਈ ਹੈ? ਤਾਂ ਚਾਈਨਾ ਨੇ ਬਣਾਈ ਹੈ। ਇਹ ਅਸੀਂ ਛੱਡ ਵੀ ਸਕਦੇ ਹਾਂ, ਇਹ ਬੇਸਿਕਲੀ ਜਾਣਕਾਰੀ ਵਾਸਤੇ ਹੀ ਹੈ। ਸੋ ਅੱਗੇ ਚੱਲਦੇ ਹਾਂ। 7ਵਾਂ ਕੁਐਸਚਨ ਦੇਖੋ। Which state hosted the conclave of state science and technology ministers? ਕਿਸ ਰਾਜ ਨੇ ਰਾਜ ਵਿਗਿਆਨ ਅਤੇ ਤਕਨਾਲੋਜੀ ਮੰਤਰੀਆਂ ਦੇ ਸੰਮੇਲਨ ਦੀ ਮੇਜ਼ਬਾਨੀ ਕੀਤੀ ਹੈ? ਠੀਕ ਹੈ ਜੀ। ਤਾਂ ਕਿਸ ਰਾਜ ਨੇ ਰਾਜ ਵਿਗਿਆਨ ਅਤੇ ਤਕਨਾਲੋਜੀ ਮੰਤਰੀਆਂ ਦੇ ਸੰਮੇਲਨ ਦੀ ਮੇਜ਼ਬਾਨੀ ਕੀਤੀ ਹੈ? ਗੁਜਰਾਤ ਨੇ। ਗੁਜਰਾਤ ਨੇ ਕੀਤੀ ਹੈ, ਠੀਕ ਹੈ ਜੀ। ਯਾਦ ਰੱਖਣਾ ਹੈ ਕਿਸ ਨੇ ਕੀਤੀ ਹੈ? ਗੁਜਰਾਤ ਨੇ ਕੀਤੀ ਹੈ। ਹੁਣ ਕੁਐਸਚਨ ਆ ਸਕਦਾ ਹੈ ਇਨੋਗ੍ਰੇਟ ਕਿੱਥੇ ਹੋਇਆ ਹੈ? ਸੰਮੇਲਨ ਹੋਇਆ ਕਿੱਥੇ ਹੈ? ਜਾਂ ਇਸ ਦੀ ਮਤਲਬ ਕਿ ਜਿਹੜੇ ਸ਼ੁਰੂਆਤ ਕਿਸ ਨੇ ਕੀਤੀ ਹੈ? PM ਨਰਿੰਦਰ ਮੋਦੀ ਨੇ, ਠੀਕ ਹੈ ਜੀ। ਜੇਕਰ ਅਸੀਂ ਵੈਨਿਊ ਦੇਖੀਏ, ਇਸ ਕਨਕਲੇਵ ਦਾ ਵੈਨਿਊ ਕੀ ਸੀ? ਹੋਇਆ ਕਿੱਥੇ ਹੈ? ਹੋਇਆ ਕਿੱਥੇ ਹੈ? ਸਾਇੰਸ ਸਿਟੀ ਅਹਿਮਦਾਬਾਦ ਵਿਖੇ। ਕਿੱਥੇ ਹੋਇਆ? ਸਾਇੰਸ ਸਿਟੀ ਅਹਿਮਦਾਬਾਦ ਵਿਖੇ, ਠੀਕ ਹੈ ਜੀ। ਕਿਸ ਰਾਜ ਨੇ ਰਾਜ ਵਿਗਿਆਨ ਅਤੇ ਤਕਨਾਲੋਜੀ ਮੰਤਰੀਆਂ ਦੇ ਸੰਮੇਲਨ ਦੀ ਮੇਜ਼ਬਾਨੀ ਕੀਤੀ ਹੈ? ਕਿਸ ਨੇ ਕੀਤੀ ਹੈ ਜੀ? ਗੁਜਰਾਤ ਵਿਖੇ। ਯਾਦ ਹੋਣਾ ਚਾਹੀਦਾ ਤੁਹਾਨੂੰ, ਗੁਜਰਾਤ ਵਿਖੇ। ਕਿਸ ਨੇ ਸ਼ੁਰੂਆਤ ਕਿਸ ਨੇ ਕੀਤੀ ਹੈ ਇਸ ਕਨਕਲੇਵ ਦੀ? PM ਨਰਿੰਦਰ ਮੋਦੀ ਜੀ ਨੇ। ਵੈਨਿਊ ਕੀ ਹੈ ਕਨਕਲੇਵ ਦਾ? ਸਾਇੰਸ ਸਿਟੀ ਅਹਿਮਦਾਬਾਦ। ਸੋ ਉਮੀਦ ਕਰਦੇ ਹਾਂ ਕਿ ਵਿਦਿਆਰਥੀਆਂ ਨੂੰ ਇਹ ਕੁਐਸਚਨ ਯਾਦ ਹੋ ਗਿਆ ਹੋਵੇਗਾ, ਠੀਕ ਹੈ ਜੀ। ਚੱਲਦੇ ਹਾਂ ਅਗਲੇ ਕੁਐਸਚਨ ਵੱਲ, ਠੀਕ ਹੈ। ਉਮੀਦ ਕਰ ਰਹੇ ਹਾਂ ਕਿ ਜਿਹੜੇ ਵਿਦਿਆਰਥੀ ਕਲਾਸ ਅਟੈਂਡ ਕਰ ਰਹੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਵੀਡੀਓ ਸਮਝ ਆ ਰਹੀ ਹੈ, ਠੀਕ ਹੈ ਜੀ। ਅੱਗੇ ਚੱਲਦੇ ਹਾਂ। 8ਵਾਂ ਕੁਐਸਚਨ ਦੇਖੋ ਜੀ, ਇੰਪੋਰਟੈਂਟ ਕੁਐਸਚਨ ਹੈ ਬਹੁਤ। The central government has decided to rename ਰਾਜਪਥ as, ਠੀਕ ਹੈ ਜੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੈਂਟਰਲ ਗਵਰਨਮੈਂਟ ਨੇ ਇੱਕ ਪਲੈਜ ਲਿੱਤਾ ਕਿ 2023 ਜਾਂ 24 ਤੱਕ ਉਹ ਦੇਸ਼ ਦੇ ਜਿੰਨੇ ਵੀ ਗੁਲਾਮੀ ਦੇ ਪ੍ਰਤੀਕ ਨਾਮ ਨੇ ਉਹ ਉਹਨਾਂ ਨੂੰ ਬਦਲ ਦੇਣਗੇ। ਬਦਲ ਕੇ ਨਾਂ ਕੀ ਰੱਖਣੇ? ਨਵੇਂ ਨਾਂ ਰੱਖਣਗੇ ਉਹਨਾਂ ਦੇ। ਸੋ ਉਸ ਦੀ ਸ਼ੁਰੂਆਤ ਤਾਂ ਹੋ ਹੀ ਚੁੱਕੀ ਸੀ, ਠੀਕ ਹੈ ਜੀ। ਹੁਣ ਦੇਖੋ ਕੇਂਦਰ ਸਰਕਾਰ ਨੇ ਰਾਜਪਥ ਦਾ ਨਾਂ ਬਦਲ ਦਿੱਤਾ, ਠੀਕ ਹੈ ਜੀ। ਰਾਜਪਥ ਦਾ ਨਾਮ ਬਦਲ ਕੇ ਕੀ ਕਰ ਦਿੱਤਾ ਗਿਆ? ਇੰਪੋਰਟੈਂਟ ਹੈ, ਹਰੇਕ ਐਗਜ਼ਾਮ 'ਚ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਰਾਜਪਥ ਦਾ ਨਾਮ ਬਦਲ ਕੇ ਕਰ ਦਿੱਤਾ ਹੈ ਜੀ ਕਰਤੱਵਿਆ ਪਥ। ਬਹੁਤ ਹੀ ਚੰਗੀ ਗੱਲ ਹੈ, ਠੀਕ ਹੈ ਜੀ। ਨਾਮ ਬਦਲਤਾ ਕਿਉਂਕਿ ਗੁਲਾਮੀ ਦਾ ਪ੍ਰਤੀਕ ਸੀ, ਗੁਲਾਮ ਅਸੀਂ ਨਹੀਂ ਹੈਗੇ ਤਾਂ ਅਸੀਂ ਨਾਮ ਬਦਲਤਾ। ਕੀ ਰੱਖਤਾ? ਕਰਤੱਵਿਆ ਪਥ, ਠੀਕ ਹੈ ਜੀ। ਹੁਣ ਜੇਕਰ ਤੁਹਾਨੂੰ ਕੁਐਸਚਨ ਪੁੱਛ ਲਿਆ ਜਾਵੇ ਕਿ ਕਰਤੱਵਿਆ ਪਥ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਫੈਲਿਆ ਹੋਇਆ, ਤਾਂ ਰਾਸ਼ਟਰਪਤੀ ਭਵਨ ਤੋਂ ਲੈ ਕੇ ਇੰਡੀਆ ਗੇਟ ਤੱਕ ਜੋ ਸਟ੍ਰੈਚ ਹੈ ਉਸ ਨੂੰ ਅਸੀਂ ਕੀ ਕਹਿੰਦੇ ਸੀ? ਪਹਿਲਾਂ ਰਾਜਪਥ ਕਹਿੰਦੇ ਸੀ, ਹੁਣ ਉਸ ਦਾ ਨਾਂ ਕੀ ਰੱਖਿਆ ਸੀ? ਕਰਤੱਵਿਆ ਪਥ। ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤੱਕ, ਠੀਕ ਹੈ ਜੀ। ਇਸ ਦੀ ਇਨੋਗ੍ਰੇਸ਼ਨ ਹੋਈ ਕਦ ਹੈ? 8 ਸਤੰਬਰ 2022। 8 ਸਤੰਬਰ 2022, ਠੀਕ ਹੈ ਜੀ। ਰਾਜਪਥ ਨੂੰ ਅੰਗਰੇਜ਼ਾਂ ਦੇ ਸਮੇਂ ਬ੍ਰਿਟਿਸ਼ ਰੂਲ ਦੇ ਸਮੇਂ ਕੀ ਕਿਹਾ ਜਾਂਦਾ ਸੀ? ਕਿੰਗਸ ਵੇ ਕਿਹਾ ਜਾਂਦਾ ਸੀ, ਠੀਕ ਹੈ ਜੀ। ਸੋ ਆ ਰਿਹਾ ਭਾਈ ਸਮਝ? ਜਿਹੜੇ ਵੀ ਵਿਦਿਆਰਥੀ ਕਲਾਸ ਅਟੈਂਡ ਕਰ ਰਹੇ ਨੇ ਉਹ ਕਮੈਂਟ ਬਾਕਸ 'ਚ ਜ਼ਰੂਰ ਦੱਸਣ ਆ ਰਿਹਾ ਨਾ ਸਮਝ ਤੁਹਾਨੂੰ? ਇਸ ਤਰੀਕੇ ਨਾਲ ਕਰੰਟ ਅਫੇਅਰ ਜ਼ਿਆਦਾ ਬੈਟਰ ਨੇ ਵਨ ਲਾਈਨਰ ਨਾਲੋਂ, ਜਾਂ ਵਨ ਲਾਈਨਰ ਜ਼ਿਆਦਾ ਬੈਟਰ ਸੀ, ਉਹ ਤੁਸੀਂ ਦੱਸ ਸਕਦੇ ਹੋ। ਸੋ ਇੱਕ ਵਾਰੀ ਦੁਬਾਰੇ ਅਸੀਂ ਰਿਪੀਟ ਕਰਾਂਗੇ ਤਾਂ ਕਿ ਸਾਨੂੰ ਚੰਗੀ ਤਰ੍ਹਾਂ ਯਾਦ ਹੋ ਜਾਵੇ।
ਕੇਂਦਰ ਸਰਕਾਰ ਨੇ ਰਾਜਪਥ ਦਾ ਨਾਮ ਬਦਲ ਕੇ ਕੀ ਕੀਤਾ ਹੈ ਜੀ, ਕੀ ਕਰ ਦਿੱਤਾ ਭਾਈ, ਕਰਤੱਵਿਆ ਪਥ ਕਰ ਦਿੱਤਾ ਹੈ, ਜਿਵੇਂ ਕਿ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ। ਕਿੱਥੋਂ ਤੋਂ ਕਿੱਥੇ ਤੱਕ ਫੈਲਿਆ ਹੋਇਆ ਇਹ ਸਟ੍ਰੈਚ, ਰਾਸ਼ਟਰਪਤੀ ਭਵਨ ਟੂ ਇੰਡੀਆ ਗੇਟ ਤੱਕ। ਕਦੋਂ ਇਸ ਦੀ ਸ਼ੁਰੂਆਤ ਕਦੋਂ ਹੋਈ ਹੈ, ਕਦੋਂ ਬਦਲਿਆ ਇਹਦਾ ਨਾਮ, 8 ਸਤੰਬਰ 2022। ਰਾਜਪਥ ਨੂੰ ਕਿਹਾ ਕੀ ਜਾਂਦਾ ਸੀ, ਕਿੰਗਸ ਵੇ ਕਿਹਾ ਜਾਂਦਾ ਸੀ ਜੀ, ਅੰਗਰੇਜ਼ਾਂ ਦੇ ਸ਼ਾਸਨ ਕਾਲ ਦੌਰਾਨ। ਸੋ ਅੱਗੇ ਚੱਲਦੇ ਹਾਂ। ਹੁਣ 9ਵਾਂ ਕੁਐਸਚਨ ਦੇਖੋ, what is the theme of international day of clean air and blue skies। ਠੀਕ ਹੈ ਜੀ, ਇੰਟਰਨੈਸ਼ਨਲ ਸਵੱਛ ਹਵਾ ਤੇ ਨੀਲੇ ਆਸਮਾਨ 2022 ਦੇ ਅੰਤਰਰਾਸ਼ਟਰੀ ਦਿਵਸ ਦੀ ਥੀਮ ਕੀ ਹੈ। ਤਾਂ ਥੀਮ ਕੀ ਸੀ, ਦੀ ਏਅਰ ਵੀ ਸ਼ੇਅਰ, ਦੀ ਏਅਰ ਵੀ ਸ਼ੇਅਰ। ਹੁਣ ਦੇਖੋ ਕੁਐਸਚਨ ਸਾਨੂੰ ਕੀ ਆ ਜਾਂਦਾ ਹੈ, ਜਾਂ ਥੀਮ ਆਂਦੀ ਹੈ ਇੰਪੋਰਟੈਂਟ ਡੇ ਦੀ, ਜਾਂ ਫਿਰ ਪੁੱਛ ਲਿਆ ਜਾਂਦਾ ਹੈ ਕਦੋਂ ਮਨਾਇਆ ਜਾਂਦਾ। ਤਾਂ ਇਹ ਕਦੋਂ ਮਨਾਇਆ ਜਾਂਦਾ ਹੈ, 7 ਸਤੰਬਰ ਨੂੰ ਮਨਾਇਆ ਜਾਂਦਾ ਹੈ, ਇੰਟਰਨੈਸ਼ਨਲ ਡੇ ਆਫ ਕਲੀਨ ਏਅਰ ਐਂਡ ਬਲੂ ਸਕਾਈਜ਼। ਪਹਿਲੀ ਵਾਰ ਇਹ ਕਦੋਂ ਮਨਾਇਆ ਗਿਆ ਸੀ, ਤਾਂ ਪਹਿਲੀ ਵਾਰ ਇਹ 2020 ਵਿੱਚ ਮਨਾਇਆ ਗਿਆ ਸੀ। ਪਹਿਲੀ ਵਾਰ ਕਦੋਂ ਮਨਾਇਆ ਗਿਆ ਸੀ, 2020 ਵਿੱਚ। ਅੱਗੇ ਚੱਲਦੇ ਹਾਂ। 10ਵਾਂ ਕੁਐਸਚਨ, ਠੀਕ ਹੈ ਜੀ, who has been appointed as India's next high commissioner to Canada। ਕਿਸ ਨੂੰ ਕੈਨੇਡਾ ਵਿੱਚ ਭਾਰਤ ਦਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ। ਤਾਂ ਸੰਜੇ ਕੁਮਾਰ ਵਰਮਾ ਨੂੰ ਕੈਨੇਡਾ ਵਿੱਚ ਭਾਰਤ ਦਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। 1998 ਬੈਚ ਦੇ ਇੰਡੀਅਨ ਫੋਰਨ ਸਰਵਿਸਿਜ਼ ਦੇ ਆਫਿਸਰ ਨੇ ਇਹ। ਕਰੰਟਲੀ ਇਹ ਐਮਬੈਸਡਰ ਕਿਸ ਦੇ ਨੇ, ਇੰਡੀਆ ਟੂ ਜਾਪਾਨ। ਠੀਕ ਹੈ ਜੀ, ਇੰਡੀਆ ਟੂ ਜਾਪਾਨ। ਹੁਣ ਦੇਖੋ 11ਵਾਂ ਕੁਐਸਚਨ, ਇੰਪੋਰਟੈਂਟ ਕੁਐਸਚਨ ਹੈ ਇਹ ਵੀ, ਕਿਉਂਕਿ ਜਿੰਨੇ ਵੀ ਆਪਣੇ ਇਵੈਂਟ ਹੁੰਦੇ ਨੇ। who has become the first Indian to win the prestigious Zurich Diamond League Final 2022। ਕੌਣ ਜ਼ਿਊਰਿਚ ਡਾਇਮੰਡ ਲੀਗ ਫਾਈਨਲ 2022 ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਤਾਂ ਕੌਣ ਬਣਿਆ ਪਹਿਲਾ ਭਾਰਤੀ ਜਿਸ ਨੇ ਜ਼ਿਊਰਿਚ ਡਾਇਮੰਡ ਲੀਗ ਫਾਈਨਲ 2022 ਜਿੱਤਿਆ, ਨੀਰਜ ਚੋਪੜਾ। ਨੀਰਜ ਚੋਪੜਾ ਸੰਬੰਧਿਤ ਕਿਸ ਖੇਡ ਨਾਲ ਨੇ, ਸਭ ਨੂੰ ਹੀ ਪਤਾ ਹੋਣਾ, ਜੈਵਲਿਨ ਥਰੋ ਨਾਲ ਇਹ ਸੰਬੰਧਿਤ ਨੇ। ਕਿਸ ਖੇਡ ਨਾਲ ਸੰਬੰਧਿਤ ਨੇ, ਜੈਵਲਿਨ ਥਰੋ ਨਾਲ। ਠੀਕ ਹੈ ਜੀ, ਜੈਵਲਿਨ ਥਰੋ ਨਾਲ ਹੀ ਸੰਬੰਧਿਤ ਨੇ, ਕਿਉਂਕਿ ਤੁਹਾਨੂੰ ਪਤਾ ਹੈ ਜੀ। ਠੀਕ ਹੈ, ਅੱਗੇ ਇਵੈਂਟ। ਹੁਣ ਦੇਖੋ ਕੁਐਸਚਨ ਕੀ ਪੁੱਛ ਸਕਦਾ ਤੁਹਾਨੂੰ, ਹੁਣ ਕੁਐਸਚਨ ਪੁੱਛ ਸਕਦਾ ਹੈ ਜ਼ੁਰਿਚ ਡਾਇਮੰਡ ਲੀਗ ਫਾਈਨਲ ਜਿਹੜਾ 2022 ਦਾ, ਉਹ ਹੋਇਆ ਕਿੱਥੇ ਹੈ, ਉਹ ਹੋਇਆ ਸਵਿਟਜ਼ਰਲੈਂਡ ਵਿਖੇ। ਠੀਕ ਹੈ ਜੀ, ਉਸ ਤੋਂ ਬਾਅਦ ਨੀਰਜ ਚੋਪੜਾ ਨੇ ਜੋ ਜੈਵਲਿਨ ਥਰੋ ਕੀਤਾ ਉਸ ਦਾ ਬੈਸਟ ਥਰੋ ਕੀ ਸੀ, 88.4 ਮੀਟਰ। ਠੀਕ ਹੈ ਜੀ, ਸਿਨੈਰੀਓ ਚੇਂਜ ਹੋ ਰਿਹਾ ਐਗਜ਼ਾਮਸ ਦਾ। ਪਹਿਲਾ ਨਾ ਪੁੱਛਣ ਦੀ ਬਜਾਏ ਇਹ ਪੁੱਛ ਲਿਆ ਜਾਂਦਾ ਸਿਲਵਰ ਮੈਡਲ ਕਿਸ ਨੇ ਜਿੱਤਿਆ। ਤਾਂ ਇਸ ਕੰਪੀਟੀਸ਼ਨ ਵਿੱਚ ਸਿਲਵਰ ਮੈਡਲ ਕਿਸ ਨੇ ਜਿੱਤਿਆ, ਜਕੂਬ ਵਦਲੈਚ ਨੇ, ਜਿਨ੍ਹਾਂ ਨੇ ਕਿੰਨਾ ਬੈਸਟ ਥਰੋ ਕੀਤਾ, 86.94 ਮੀਟਰ। ਹੁਣ ਇਸ ਦੇ ਨਾਲ ਨਾਲ ਹੋਰ ਕੀ ਹੋਇਆ, ਨੀਰਜ ਚੋਪੜਾ ਨੂੰ ਕੀ ਅਵਾਰਡ ਹੋਇਆ, ਵਾਈਲਡ ਕਾਰਡ ਫॉर ਵਰਲਡ ਐਥਲੈਟਿਕਸ ਕੰਪੀਟੀਸ਼ਨ। ਠੀਕ ਹੈ ਜੀ, ਵਰਲਡ ਐਥਲੈਟਿਕ ਕੰਪੀਟੀਸ਼ਨ ਵਾਸਤੇ ਵਾਈਲਡ ਕਾਰਡ ਮਿਲ ਗਿਆ, ਮਤਲਬ ਕਿ ਸਿੱਧੀ ਐਂਟਰੀ ਮਿਲ ਗਈ ਹੈ ਕਿੱਥੇ, ਵਰਲਡ ਐਥਲੈਟਿਕ ਕੰਪੀਟੀਸ਼ਨ ਵਿੱਚ ਜਾਂ ਵਰਲਡ ਐਥਲੈਟਿਕ ਚੈਂਪੀਅਨਸ਼ਿਪ ਵਿੱਚ। ਠੀਕ ਹੈ ਜੀ, ਹੁਣ ਕੁਐਸਚਨ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਵਰਲਡ ਐਥਲੈਟਿਕ ਚੈਂਪੀਅਨਸ਼ਿਪ 2023 ਦੀ ਕਿੱਥੇ ਹੋਵੇਗੀ। ਤਾਂ ਉਹ ਹੋਵੇਗੀ ਜੀ ਹੰਗਰੀ ਵਿਖੇ। ਦੇਖੋ ਅਸੀਂ ਕਿੰਨੇ ਕੁਐਸਚਨ ਇੱਕੇ ਕੁਐਸਚਨ ਵਿੱਚ ਕਵਰ ਕਰ ਲਏ। ਹੁਣ ਦੁਬਾਰੇ ਯਾਦ ਕਰਦੇ ਹਾਂ ਅਸੀਂ, ਤਾਂ ਕਿ ਅਸੀਂ ਭੁੱਲੀਏ ਨਾ। ਦੇਖੋ ਪ੍ਰੈਸਟੀਜੀਅਸ ਜ਼ੁਰਿਚ ਡਾਇਮੰਡ ਲੀਗ ਦਾ ਫਾਈਨਲ ਹੈ ਜੋ 2022 ਦਾ, ਉਹ ਕਿਸ ਨੇ ਜਿੱਤਿਆ, ਨੀਰਜ ਚੋਪੜਾ ਨੇ। ਨੀਰਜ ਚੋਪੜਾ ਕਿਹੜੀ ਖੇਡ ਨਾਲ ਸੰਬੰਧਿਤ ਨੇ, ਜੈਵਲਿਨ ਥਰੋ ਨਾਲ ਸੰਬੰਧਿਤ ਨੇ। ਠੀਕ ਹੈ ਜੀ, ਇਹ ਜਿਹੜਾ ਜ਼ੁਰਿਚ ਡਾਇਮੰਡ ਲੀਗ ਦਾ ਫਾਈਨਲ ਹੈ ਇਹ ਹੋਇਆ ਕਿੱਥੇ ਹੈ, ਸਵਿਟਜ਼ਰਲੈਂਡ ਵਿਖੇ। ਬੈਸਟ ਥਰੋ ਕਿੰਨਾ ਸੀ ਨੀਰਜ ਚੋਪੜਾ ਦਾ, 88.4 ਮੀਟਰ। ਸਿਲਵਰ ਮੈਡਲ ਕਿਸ ਨੇ ਜਿੱਤਿਆ, ਜਕੂਬ ਵਦਲੈਚ ਨੇ। ਨੀਰਜ ਚੋਪੜਾ ਨੂੰ ਕੀ ਮਿਲਿਆ ਇਹ ਅਵਾਰਡ ਜਿੱਤਣ ਨਾਲ, ਵਾਈਲਡ ਕਾਰਡ ਮਿਲਿਆ ਵਰਲਡ ਐਥਲੈਟਿਕ ਚੈਂਪੀਅਨਸ਼ਿਪ ਵਾਸਤੇ। ਵਰਲਡ ਐਥਲੈਟਿਕ ਚੈਂਪੀਅਨਸ਼ਿਪ ਜਾਂ ਕੰਪੀਟੀਸ਼ਨ ਹੋਣਾ ਕਿੱਥੇ ਹੈ 2023 ਦਾ, ਹੰਗਰੀ ਵਿਖੇ ਹੋਣਾ। ਸੋ ਆ ਗਿਆ ਜੀ ਸਮਝ। ਚਲੋ ਜੀ ਅਗਲੇ ਕੁਐਸਚਨ ਤੇ ਚੱਲਦੇ ਹਾਂ। 12ਵਾਂ ਕੁਐਸਚਨ, longest reign monarch of United Kingdom, Queen Elizabeth II, has passed away. She was ascended the throne in which year? ਕਹਿੰਦੇ ਜੀ ਯੂਨਾਈਟਿਡ ਕਿੰਗਡਮ ਤੇ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਮਹਿਲਾ ਐਲਿਜ਼ਾਬੈਥ II ਦਾ ਦੇਹਾਂਤ ਹੋ ਗਿਆ।
देखो अपनी तरह नाल एक क्वेश्चन तो क्वेश्चन चो ही बन रहा है, सब तो लंबे समय तक किसने यूनाइटेड किंगडम ਜਾਂ लंडन ਤੇ ਰਾਜ ਕੀਤਾ ਹੈ, ਤਾਂ ਇਹ क्वेश्चन किसने राज किया है, एलिजाबैथ सेकंड ने। ठीक है जी, उन्होंने का देहांत हो गया। कहते वो किस साल गद्दी ते विराजमान हुई सी, ਤਾਂ 1952 1952 ਵਿੱਚ ਉਹਨਾਂ ਦੀ ਤਾਜਪੋਸ਼ੀ ਸੀ ਜੋ ਉਹ ਹੋਈ ਸੀ, ਤੇ ਉਹ 96 ਸਾਲ ਦੇ ਸਨ। 96 ਸਾਲ ਦੇ ਉਹ ਸਨ एलिजाबैथ। ठीक है जी, ਹੁਣ देखो दो क्वेश्चन इतों कवर हो गए। मैं बार बार कह रहा है यह तुसी याद रखना है। ठीक है जी, इंपोर्टेंट क्वेश्चन है। यूनाइटेड किंगडम ते सब तो लंबा राज किसने किया है, क्वीन एलिजाबैथ सेकंड ने। क्वीन एलिजाबैथ सेकंड ने ताजपोशी कदों हुई सी, 1952 विखे हुई सी। किन्नी उम्र सी उन्हां दी, 96 साल की उम्र सी। ठीक है जी, हुण दूजा क्वेश्चन, हु बिकेम किंग नाउ, तो चार्लस थर्ड। चार्लस थर्ड जो कि 75 ईयर ਦੇ ਨੇ ਅਪਰੋਕਸੀਮੇਟਲੀ, ਉਹਨਾਂ ਨੂੰ ਕੀ ਬਣਾ ਦਿੱਤਾ ਗਿਆ ਹੈ, ਕਿੰਗ ਬਣਾ ਦਿੱਤਾ ਗਿਆ ਹੈ, ਚਾਰਲਸ ਥਰਡ। ਠੀਕ ਹੈ ਜੀ, ਚਾਰਲਸ ਥਰਡ ਦੀ ਵਾਈਫ ਦਾ ਨਾਂ ਕੀ ਹੈ, ਕੈਮਿਲਾ। ਕੈਮਿਲਾ ਜੋ ਕਿ ਬਿਕੇਮ ਕੁਈਨ ਕੰਸਰਟ। ਠੀਕ ਹੈ ਜੀ, ਰਾਜੇ ਦੀ ਰਾਣੀ ਤਾਂ ਓਬਵੀਅਸਲੀ ਕੈਮਿਲਾ ਬਣ ਗਈ ਹੈ। ਠੀਕ ਹੈ ਜੀ, तो ਚਾਰਲਸ ਥਰਡ ਕੀ ਨੇ, ਕਿੰਗ ਬਣ ਗਏ ਨੇ, ਤੇ ਉਹਨਾਂ ਦੀ ਵਾਈਫ ਕੈਮਿਲਾ ਕੀ ਹੈ, ਰਾਜ ਰਾਣੀ ਬਣ ਗਈ ਹੈ। ठीक है जी, महारानी एलिजाबैथ सेकंड का देहांत होने मगर अगे चलते हैं। आ गया जी सबनों समझ? हाँ जी, चलो जी फिर अगे चलते हैं। 13वां क्वेश्चन देखो जी, एज पर UNDP, ठीक है जी, ह्यूमन डेवलपमेंट इंडेक्स, व्हाट इज द रैंक ऑफ इंडिया अमंगेस्ट 191 कंट्रीज एंड टेरिटरीज ऑन द ह्यूमन डेवलपमेंट ऑन द 2021 ह्यूमन डेवलपमेंट इंडेक्स। UNDP ਦੇ ਮਨੁੱਖੀ ਸੂਚਕਾਂਕ ਦੇ ਅਨੁਸਾਰ 2021 ਹਿਊਮਨ ਡਿਵੈਲਪਮੈਂਟ ਇੰਡੈਕਸ ਵਿੱਚ 191 ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ ਭਾਰਤ ਦਾ ਦਰਜਾ ਕੀ ਹੈ। ਦੇਖੋ ਭਾਰਤ ਦਾ ਦਰਜਾ 132ਵਾਂ, ਰੈਂਕ ਕੀ ਹੈ, 32ਵਾਂ। ਇੰਪੋਰਟੈਂਟ ਹੈ, ਰੈਂਕ ਅਸੀਂ ਯਾਦ ਰੱਖਣੇ ਹੁੰਦੇ। ਭਾਰਤ ਦਾ ਰੈਂਕ ਕੀ ਬਣਿਆ, 132ਵਾਂ ਰੈਂਕ ਬਣਿਆ ਭਾਰਤ ਦਾ। 2020 ਵਿੱਚ ਕੀ ਸੀ, 131ਵਾਂ ਸੀ। ਇੱਕ ਰੈਂਕ ਕੀ ਹੋ ਗਿਆ, ਥੱਲੇ ਆ ਗਿਆ। ਠੀਕ ਹੈ ਜੀ, ਹੁਣ टॉप कंट्रीज ਕਿਹੜੀਆਂ ਨੇ, स्विट्जरलैंड है, नॉर्वे है, आइसलैंड है, हांगकांग है, आस्ट्रेलिया। ਇਹ ਨੇ टॉप कंट्रीज। लास्ट 4 कंट्रीज ਕਿਹੜੀਆਂ ਨੇ, सेंट्रल अफ्रीका, अफ्रीकन रिपब्लिक, नाइजर, छड, साउथ सुडान। ठीक है जी, ਇਹ याद रखना है, इंपोर्टेंट क्वेश्चन है। एक बार दोबारे देखो, UNDP ਦੇ ਮਨੁੱਖੀ ਵਿਕਾਸ ਸੂਚਕਾਂਕ ਦੇ ਅਨੁਸਾਰ 2021 ਹਿਊਮਨ ਡਿਵੈਲਪਮੈਂਟ ਇੰਡੈਕਸ ਵਿੱਚ ਭਾਰਤ ਦਾ ਦਰਜਾ ਕੀ ਹੈ, 132ਵਾਂ। ਕੁੱਲ ਕਿੰਨੇ ਦੇਸ਼ਾਂ ਦਾ, 191 ਦੇਸ਼ਾਂ ਦਾ ਇੰਡੈਕਸ ਹੈ। ਠੀਕ ਹੈ ਜੀ, 2020 ਵਿੱਚ ਕੀ ਸੀ, 131 ਸੀ। ਇੱਕ ਉੱਪਰ ਚਲੇ ਗਏ ਆ, 132 ਹੋ ਗਿਆ। ਟੌਪ ਕੰਟਰੀਜ਼ ਕਿਹੜੀਆਂ ਨੇ, ਸਵਿਟਜ਼ਰਲੈਂਡ, ਨਾਰਵੇ, ਆਈਸਲੈਂਡ, ਹਾਂਗਕਾਂਗ, ਆਸਟ੍ਰੇਲੀਆ। ਲਾਸਟ 4 ਕਿਹੜੀਆਂ ਨੇ ਭਾਈ, ਸੈਂਟਰਲ ਅਫਰੀਕਨ ਰਿਪਬਲਿਕ, ਨਾਈਜਰ, ਛਡ ਤੇ ਸਾਊਥ ਸੁਡਾਨ। ਚਲੋ ठीक है, 14वां क्वेश्चन, which bank has unveiled an initiative for rural banking service named Bank on Wheels service। किस बैंक ने बैंक ऑन व्हील्स सेवा नामक ग्रामीण बैंकिंग सेवा ਲਈ ਇੱਕ ਪਹਿਲ ਕਦਮੀ ਦੀ ਉਦਘਾਟਨ ਕੀਤੀ ਹੈ। ਤਾਂ बैंक on wheels शुरू ਕੀਤਾ है HDFC बैंक ने। याद रखना किस ने शुरू किया है, HDFC बैंक ने, बैंक on wheels। ठीक है जी, सर्विस स्टार्टेड इन गुजरात। गुजरात विखे इनिशिएटिव शुरू किया गया। एम की है, इनक्रीज एसेसिबिलिटी ऑफ बैंक्स इन रूरल एरियाज। ठीक है जी, रूरल एरियाज च एसेसिबिलिटी इन रूरल एरियाज, इंक्रीज एसेसिबिलिटी ऑफ बैंक्स इन रूरल एरियाज। ठीक है जी, जो बैंक वैन है वो कवर करूगी 3 टाउन्स इन अ डे। बैंक वैन कवर 3 टाउन्स इन अ डे। ठीक है जी, एक दिन ਵਿੱਚ 3 ਟਾਊਨਾਂ ਨੂੰ ਵਿਜ਼ਿਟ ਕਰੂਗੀ ਜੋ ਕਿ ਬੈਂਕ ਵੈਨ ਹੋਊਗੀ। ਠੀਕ ਹੈ ਜੀ, ਬੈਂਕ ਵੈਨ ਜਾਇਆ ਕਰੂਗੀ ਰਿਮੋਟ ਵਿਲੇजेस 'ਚ। ਠੀਕ ਹੈ ਜੀ, ਜੋ ਕਿ ਨੀਅਰੈਸਟ ਬ੍ਰਾਂਚ ਤੋਂ 25 ਤੋਂ 30 ਕਿਲੋਮੀਟਰ 10 ਤੋਂ 25 ਕਿਲੋਮੀਟਰ ਦੀ ਦੂਰੀ ਤੇ ਪੈਂਦੇ ਨੇ, ਉਹਨਾਂ ਵਿੱਚ ਇਹ ਵੈਨ ਜਾਇਆ ਕਰੂਗੀ। ਠੀਕ ਹੈ ਜੀ, ਤੇ ਬੈਂਕਿੰਗ ਦੀ ਫੈਸਿਲਿਟੀਆਂ ਨੇ ਜੋ ਉਹ ਪ੍ਰੋਵਾਈਡ ਕਰਾਇਆ ਕਰੂਗੀ, ਜੋ ਕਿ ਰਿਮੋਟ ਵਿਲੇजेस 'ਚ ਰੂਰਲ ਏਰੀਆਜ਼ 'ਚ ਲੋਕ ਰਹਿੰਦੇ ਨੇ ਗੁਜਰਾਤ ਵਿੱਚ। ਸੋ ਵਧਦੇ ਹਾਂ अगले क्वेश्चन वाल। 15वां क्वेश्चन। ठीक है जी, इंपोर्टेंट क्वेश्चन है ये भी।
who has been appointed as the chairman and managing director of Shipping Corporation of India Limited. ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਤਾਂ ਉਹ ਕਿਸ ਨੂੰ ਨਿਯੁਕਤ ਕੀਤਾ ਗਿਆ? ਵਿਨੇਸ਼ ਕੁਮਾਰ ਤਿਆਗੀ। ਕਿਸ ਨੂੰ? ਵਿਨੇਸ਼ ਕੁਮਾਰ ਤਿਆਗੀ। 16ਵਾਂ क्वेश्चन जो कि इंपॉर्टेंट क्वेश्चन है, इस ते एक अलग स्लाइड है जो ਅਸੀਂ ਆਪਣੇ ਟੈਲੀਗ੍ਰਾਮ ਗਰੁੱਪ ਵਿੱਚ ਬਹੁਤ ਹੀ ਜਲਦੀ ਸ਼ੇਅਰ ਕਰਾਂਗੇ ਨੋਟਸ PM ਸ਼੍ਰੀ ਯੋਜਨਾ ਤੇ। ਪ੍ਰਧਾਨ ਮੰਤਰੀ ਸ਼੍ਰੀ ਯੋਜਨਾ ਜੋ ਕਿ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਹੈ ਕਿਸ ਖੇਤਰ ਨਾਲ ਜੁੜੀ ਹੋਈ ਹੈ? ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ PM ਸ਼੍ਰੀ ਯੋਜਨਾ ਐਜੂਕੇਸ਼ਨ ਨਾਲ ਜੁੜੀ ਹੋਈ ਹੈ। ਠੀਕ ਹੈ ਜੀ, ਆਪਣੀ ਐਜੂਕੇਸ਼ਨ ਨਾਲ ਜੁੜੀ ਹੋਈ ਹੈ। फुल फॉर्म जरूर पता होनी चाहिए। फुल फॉर्म है प्रधानमंत्री स्कूल फॉर राइजिंग इंडिया। प्रधानमंत्री स्कूल फॉर राइजिंग इंडिया 14,500 स्कूल पूरे भारत विचों चुने जाएंगे ते उन्हां नूं अपग्रेड कराया जाऊगा एज PM श्री स्कूल। किन्ने स्कूल चुने जाएंगे? 14,500। ठीक है जी, होगा कि शोकेस करे जाएंगे नैशनल एजुकेशन पॉलिसी 2020 जो कि साडी नैशनल एजुकेशन पॉलिसी बनी है 2020 उसनू PM श्री स्कूल शोकेस करनगे उसके ऑल कंपोनेंट्स। सो याद रखना है PM श्री योजना किस नाल संबंधित है? एजुकेशन नाल, पढ़ाई नाल संबंधित है। फुल फॉर्म की है? प्रधानमंत्री स्कूल फॉर राइजिंग इंडिया। पूरे भारत चो किन्ने स्कूल चुने जाएंगे? 14,500 स्कूल जो कि अपग्रेड करे जाएंगे एज PM श्री स्कूल्स। इन्हां विच होगा कि नैशनल एजुकेशन पॉलिसी 2022 दे ऑल कंपोनेंट्स बारे जानकारी होगी। ठीक है जी, अगे चलते हैं। 17वां क्वेश्चन, निक्षय 2.0 पोर्टल which was launched recently is associated with which disease? ਨਿਕਸ਼ੇ 2.0 पोर्टल जो कि हाल ही विच लॉन्च किया गया सी किस बीमारी नाल जुड़िया होया है? तो यह जुड़िया हो जी ट्यूबरकलोसिस नाल, TB नाल। ठीक है जी, जिसकी शॉर्ट फॉर्म की है TB। हुण देखो लॉन्च किसने किया है? प्रेजिडेंट द्रौपदी मुर्मू ने। ठीक है जी, द्रौपदी मुर्मू साडे प्रेजिडेंट ने। इस दे नाल जानकारी तुहानू पता होनी चाहिए है। वाइस प्रेजिडेंट अपने कौन ने? जगदीप धनकर। ठीक है जी, वाइस प्रेजिडेंट कौन ने इस टाइम? जगदीप धनकर। यह की ने साडे वाइस प्रेजिडेंट ने, प्रेजिडेंट कौन है? द्रौपदी मुर्मू। जिहड़ी यह निक्षय पोर्टल है इसका टारगेट की है? इरेडिकेशन ऑफ TB बाय 2025। 2022 तक TB का पूरी तरह खात्मा करना है इस पोर्टल का टारगेट है। ठीक है जी, याद रखना है निक्षय पोर्टल ट्यूबरकलोसिस नाल संबंधित है। प्रेजिडेंट द्रौपदी मुर्मू ने इसनू लॉन्च किया है तो इसका टारगेट की है इरेडिकेशन ऑफ TB बाय 2025। 18वां क्वेश्चन, विच स्टेट विल बी ऑनर्ड विद द बेस्ट डेस्टिनेशन फॉर कल्चर अवार्ड? किस राज नू सभ्याचार लई सर्वोत्तम स्थान पुरस्कार नाल सम्मानित किया जाएगा? तो यह राज है वेस्ट बंगाल। 19वां क्वेश्चन इंपॉर्टेंट क्वेश्चन है। वेयर वाज द सुब्रोतो इंटरनेशनल फुटबॉल टूरनामेंट स्टार्टेड? किथे सुब्रोतो इंटरनेशनल फुटबॉल टूरनामेंट शुरू होया? तो न्यू दिल्ली विखे होया। केड़ा एडिशन है? 61वां एडिशन है सुब्रोतो इंटरनेशनल फुटबॉल टूरनामेंट का। 20वां क्वेश्चन ते आज दी क्लास दा आखिरी क्वेश्चन, व्हाट इज इंडियाज फर्स्ट नेशनल एजुकेशन पॉलिसी 2022 कंप्लेंट लॉ स्कूल? केड़ा भारत का पहला NEP 2020 अनुकूल कानून स्कूल है? IILMU ग्रेटर नोएडा। सो उम्मीद करते हैं कि अज की यह क्लास तुहाडे वास्ते बहुत ही लाभदायक रहेगी। आने वाले तुहाडे एग्जाम्स विच तुहानू बहुत ही मददगार साबित होगी। सो जिहड़े भी विद्यार्थियों ने क्लास अटेंड की है वीडियो नू लाइक जरूर करन, शेयर जरूर करन ते जेकर चैनल नू सबसक्राइब नहीं किया तो चैनल नू सबसक्राइब भी जरूर कर लैन। ठीक है जी, एक बार फिर तो जेड़े विद्यार्थियों का अज एग्जाम है PPSC कोऑपरेटिव सोसाइटी इंस्पैक्टर का एग्जाम है अज विद्यार्थियों का, सो उन्होंने असी एक बारी फिर तो बेस्ट ऑफ लक कहते हैं। उम्मीद करते हैं कि तुहाडा अज का एग्जाम है जो वो बहुत ही वधिया जाएगा। अज के एग्जाम के जो आंसर कीज ने वो असी कोशिश करांगे कि अज ही असी उन्होंने अपलोड कर देंगे। जे
ਮਤਲਬ ਕਿ ਟਾਈਮ ਰਿਹਾ ਤਾਂ ਅਸੀਂ ਅੱਜ ਹੀ ਉਹਦੇ ਆਨਸਰ ਕੀਜ਼ ਵੀ ਅਪਲੋਡ ਕਰ ਦਾਂਗੇ ਜਿਸ ਹਿਸਾਬ ਨਾਲ ਐਗਜ਼ਾਮ ਆਉਂਦਾ। ਸੋ ਸਕਰੀਨ ਤੇ ਤੁਸੀਂ ਸਾਡੇ ਚੈਨਲ ਦੇ ਕੁਝ ਆਫੀਸ਼ੀਅਲ ਸੋਸ਼ਲ ਮੀਡੀਆ ਅਕਾਊਂਟਸ ਦੇਖ ਰਹੇ ਹੋ। ਤੁਸੀਂ ਸਾਨੂੰ ਫੇਸਬੁੱਕ, ਟੈਲੀਗ੍ਰਾਮ, ਇੰਸਟਾਗ੍ਰਾਮ ਤੇ ਫੋਲੋ ਕਰ ਸਕਦੇ ਹੋ। ਜਾ ਕੇ ਫੇਸਬੁੱਕ, ਟੈਲੀਗ੍ਰਾਮ, ਇੰਸਟਾਗ੍ਰਾਮ ਤੇ ਤੁਸੀਂ ਸਰਚ ਕਰ ਸਕਦੇ ਹੋ @ਪੰਜਾਬ ਨੌਲੇਜ। ਸਾਡੇ ਟੈਲੀਗ੍ਰਾਮ ਗਰੁੱਪ ਵਿੱਚ ਤੁਸੀਂ ਜੁਆਇਨ ਜੇ ਨਹੀਂ ਕੀਤਾ ਹੋਇਆ ਤਾਂ ਤੁਸੀਂ ਜੁਆਇਨ ਕਰ ਸਕਦੇ ਹੋ। ਟੈਲੀਗ੍ਰਾਮ ਤੇ ਜਾ ਕੇ ਤੁਸੀਂ ਸਰਚ ਕਰਨਾ ਹੈ @ਪੰਜਾਬ ਨੌਲੇਜ ਹਬ। ਸੋ ਇੱਕ ਵਾਰ ਫਿਰ ਤੋਂ ਜੇਕਰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਥੈਂਕ ਯੂ।